ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਜਦੋਂ ਵੀ ਕੋਈ ਅਭਿਆਸੀ ਜੀਵ ਉਸ ਪਰਮਾਤਮਾ ਨੂੰ ਮਿਲਣ ਦੀ ਕੋਸ਼ਿਸ਼ ਕਰਦਾ ਹੈ ਜਾਂ ਪਰਮਾਤਮਾ ਨੂੰ ਮਿਲਣ ਦੇ ਰਸਤੇ ਤੇ ਉੱਪਰ ਚੱਲਦਾ ਹੈ ਤਾਂ ਉਸ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਨੇ। ਰਸਤੇ ਦੇ ਵਿੱਚ ਤੁਰਨ ਲੱਗਿਆਂ ਉਹਨਾਂ ਮੁਸ਼ਕਲਾਂ ਤੋਂ ਬਹੁਤ ਸਾਰੇ ਜੀਵ ਜਿਹੜੇ ਹੈ ਘਬਰਾ ਕੇ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨਾ ਛੱਡ ਦਿੰਦੇ ਨੇ। ਤੇ ਗੁਰਮੁਖੋ, ਸਭ ਤੋਂ ਪਹਿਲਾਂ ਜਿਹੜਾ ਇਸ ਰਸਤੇ ਦੇ ਉੱਪਰ ਚੱਲਦਿਆਂ ਹੋਇਆਂ ਨੂੰ ਸਾਨੂੰ ਜਿਹੜੀ ਪਹਿਲੀ ਮੁਸ਼ਕਲ ਆਉਂਦੀ ਹੈ ਉਹ ਇਹ ਮੁਸ਼ਕਲ ਹੈ ਕਿ ਸਾਡਾ ਮਨ ਜਿਹੜਾ ਹੈ ਉਹ ਗੁਰਬਾਣੀ ਪੜ੍ਹਨ ਲੱਗਿਆਂ ਜਾਂ ਸਿਮਰਨ ਕਰਨ ਲੱਗਿਆਂ ਟਿਕਦਾ ਨਹੀਂ, ਜਾਂ ਉਸ ਨੂੰ ਜਿਹੜਾ ਹੈ ਤੇ ਗੁਰਮੁਖੋ ਉਹ ਮਨ ਜਿਹੜਾ ਸਾਡਾ ਹੈ ਉਹ ਬਾਣੀ ਦੇ ਵਿੱਚ ਜਾਂ ਗੁਰਮੰਤਰ ਜਪਣ ਦੇ ਵਿੱਚ ਜਾਂ ਮੂਲ ਮੰਤਰ ਦਾ ਪਾਠ ਕਰਨ ਦੇ ਵਿੱਚ ਜਿਹੜਾ ਹੈ ਉਹ ਮਨ ਨਹੀਂ ਟਿਕਦਾ। ਮਨ ਭੱਜਿਆ ਫਿਰਦਾ ਹੈ। ਚਾਹੇ ਆਪਾਂ ਪਾਠ ਕਰੀਏ ਤੇ ਫਿਰ ਵੀ ਜਿਹੜਾ ਆਪਣਾ ਮਨ ਹੈ ਉਹ ਗੁਰਮੁਖੋ ਬਾਹਰ ਭੱਜਿਆ ਫਿਰਦਾ ਹੈ, ਕਿਸੇ ਦੁਕਾਨ ਦੇ ਉੱਪਰ ਜਾਂ ਆਪਣੇ ਕੰਮ ਧੰਦੇ ਦੇ ਵਿੱਚ ਜਿਹੜਾ ਬਾਹਰ ਭੱਜਿਆ ਫਿਰਦਾ ਹੈ। ਤੇ ਗੁਰਮੁਖੋ, ਜਿਹੜਾ ਮਨ ਹੈ ਇਸ ਮਨ ਨੂੰ ਕਾਬੂ ਕਿਵੇਂ ਕੀਤਾ ਜਾਵੇ? ਇਸ ਮਾਰਗ ਦੇ ਉੱਪਰ ਚੱਲਦਿਆਂ ਹੋਇਆਂ ਸਭ ਤੋਂ ਵੱਡੀ ਸਮੱਸਿਆ ਪ੍ਰੋਬਲਮ ਇਹੋ ਹੀ ਹੈ ਕਿ ਸਾਡਾ ਮਨ ਜਿਹੜਾ ਹੈ ਉਹ ਕਾਬੂ ਵਿੱਚ ਨਹੀਂ ਆਉਂਦਾ। ਉਹ ਗੁਰਮੁਖੋ ਕਾਬੂ ਵਿੱਚ ਉਸ ਨੂੰ ਲਿਆਉਣ ਦਾ ਕੀ ਤਰੀਕਾ ਹੈ? ਉਹ ਮਹਾਰਾਜ ਸਾਨੂੰ ਦੱਸਦੇ ਨੇ ਕਿ ਗੁਰਬਾਣੀ ਦੇ ਵਿੱਚ ਕਿ ਮਨ ਨੂੰ ਕਾਬੂ ਕਰਨ ਦਾ ਇੱਕੋ ਹੀ ਤਰੀਕਾ ਹੈ। ਉਹ ਗੁਰਬਾਣੀ ਵਿੱਚ ਦੱਸਦੇ ਨੇ ਕਿ ਜੋ ਤੁਸੀਂ ਮੁਖ ਦੇ ਉੱਤੋਂ ਬੋਲ ਰਹੇ ਹੋ ਉਸ ਨੂੰ ਸੁਣਨ ਦੀ ਕੋਸ਼ਿਸ਼ ਕਰੋ, ਕਿਉਂਕਿ ਗੁਰਬਾਣੀ ਗੁਰੂ ਸਾਨੂੰ ਕਹਿੰਦੇ ਨੇ, ਮਹਾਰਾਜ ਕਹਿੰਦੇ ਨੇ, ਗਾਵੀਏ ਸੁਣੀਏ ਮਨ ਰੱਖੀਏ ਭਾਉ। ਕਿ ਜੋ ਤੁਸੀਂ ਗਾਣਾ ਹੈ ਉਸ ਨੂੰ ਸੁਣੋ। ਜੋ ਅਗਰ ਤੁਸੀਂ ਗਾ ਰਹੇ ਹੋ ਉਸ ਨੂੰ ਸੁਣਦੇ ਨਹੀਂ ਤੇ ਗੁਰਮੁਖੋ ਮਨ ਸਾਡਾ ਬਾਹਰ ਜ਼ਰੂਰ ਭੱਜੇਗਾ। ਜੇ ਆਪਣਾ ਮਨ ਬਾਹਰ ਜਾਏਗਾ ਤੇ ਫਿਰ ਗੁਰਮੁਖੋ ਆਪਣਾ ਸਰੀਰ ਜਿਹੜਾ ਹੈ ਤਨ ਉਹ ਕੇਵਲ ਧਰਮ ਦਾ ਕਰਮ ਆਪਣਾ ਸਰੀਰ ਕਰ ਰਿਹਾ, ਆਪਣਾ ਤਨ ਕਰ ਰਿਹਾ ਹੈ, ਆਪਣਾ ਮਨ ਨਹੀਂ ਕਰ ਰਿਹਾ। ਜੇ ਆਪਣਾ ਮਨ ਨਹੀਂ ਕਰੇਗਾ ਤੇ ਗੁਰਮੁਖੋ ਫਿਰ ਜਿਹੜਾ ਹੈ ਆਪਾਂ ਨੂੰ ਇਸ ਧਰਮ ਦੇ ਰਸਤੇ ਦੇ ਉੱਤੇ ਚੱਲਣ ਦਾ ਓਨਾ ਫਾਇਦਾ ਨਹੀਂ ਹੋਏਗਾ ਜਿੰਨਾ ਫਾਇਦਾ ਅਸੀਂ ਕਰਨਾ ਚਾਹੁੰਦੇ ਹਾਂ। ਕਿਉਂਕਿ ਮਨ ਦੀ ਹੀ ਗੱਲ ਗੁਰਬਾਣੀ ਕਹਿੰਦੀ ਹੈ। ਬਾਰ-ਬਾਰ ਗੁਰਬਾਣੀ ਗੁਰੂ ਸਾਨੂੰ ਮਨ ਦੇ ਬਾਰੇ ਹੀ ਉਪਦੇਸ਼ ਦਿੰਦੇ ਨੇ ਕਿ ਜੇ ਤੁਹਾਡਾ ਮਨ ਨਹੀਂ ਸੁਣਦਾ ਤੇ ਮਨ ਜਾਗੇਗਾ ਨਹੀਂ। ਕਿਉਂਕਿ ਗੁਰਮੁਖੋ ਸਾਡਾ ਮਨ ਜਿਹੜਾ ਹੈ ਉਹ ਮਨ ਸੁੱਤਾ ਹੋਇਆ ਹੈ। ਉਹ ਮਨ ਕਿਹਦੇ ਵਿੱਚ ਸੁੱਤਾ ਹੋਇਆ ਹੈ? ਕਿਸ ਚੀਜ਼ ਦੇ ਵਿੱਚ? ਮਹਾਰਾਜ ਗੁਰਬਾਣੀ ਵਿੱਚ ਕਹਿੰਦੇ ਨੇ, ਤਹੀਂ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਹਾਣੀ। ਵੀ ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਜਿਹੜਾ ਹੈ ਉਹ ਮਨ ਜਿਹੜਾ ਹੈ ਸੁੱਤਾ ਹੋਇਆ ਹੈ। ਤੇ ਮਨ ਨੂੰ ਜਗਾਉਣ ਦਾ ਤਰੀਕਾ ਮਹਾਰਾਜ ਵੀ ਦੱਸਦੇ ਨੇ ਕਿ ਮਨ ਨੂੰ ਜਗਾਉਣਾ ਕਿਵੇਂ ਹੈ। ਗੁਰਮੁਖੋ ਗੁਰਬਾਣੀ ਗੁਰੂ ਸਾਨੂੰ ਦੱਸਦੇ ਨੇ, ਮਹਾਰਾਜ ਗੁਰਬਾਣੀ ਦੇ ਵਿੱਚ ਕਹਿੰਦੇ ਨੇ ਕਿ ਸਿਮਰ ਸਿਮਰ ਗੁਰ ਸਤਿਗੁਰ ਆਪਣਾ, ਸੋਇਆ ਮਨ ਜਗਾਈ। ਵੀ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਿਆ ਕਰ। ਉਸ ਨੂੰ ਸਿਮਰਨ ਨੂੰ ਕਰਨ ਦਾ ਕਰਕੇ ਹੀ ਤੂੰ ਉਸ ਆਪਣੇ ਮਨ ਨੂੰ ਜਿਹੜਾ ਹੈ ਉਹ ਜਗਾ ਸਕਦਾ ਹੈ। ਤੇ ਗੁਰਮੁਖੋ ਜੇ ਆਪਾਂ ਵੀ ਆਪਣੇ ਮਨ ਨੂੰ ਜਗਾਉਣਾ ਚਾਹੁੰਦੇ ਹਾਂ ਤੇ ਫਿਰ ਉਸ ਦੇ ਬਾਰੇ ਉਸ ਦਾ ਤਰੀਕਾ ਜਿਹੜਾ ਮਾਲਕ ਨੇ ਦੱਸਿਆ ਹੈ, ਤੁਸੀਂ ਸਿਮਰਨ ਕਰੋ। ਤੇ ਸਿਮਰਨ ਕਰਨ ਦਾ ਤਰੀਕਾ ਜਿਹੜਾ ਗੁਰਮੁਖੋ ਉਹ ਵੀ ਮਹਾਰਾਜ ਨੇ ਦੱਸਿਆ ਹੈ ਕਿ ਸਿਮਰਨ ਕਰਨਾ ਕਿਵੇਂ ਹੈ। ਕਿਉਂਕਿ ਬਹੁਤ ਸਾਰੇ ਜੀਵ ਜਿਹੜੇ ਸਿਮਰਨ ਕਰਦੇ ਵੀ ਹੈ ਲੇਕਿਨ ਫਿਰ ਵੀ ਉਹਨਾਂ ਦਾ ਮਨ ਨਹੀਂ ਜਾਗਦਾ। ਕਿਉਂ ਨਹੀਂ ਜਾਗਦਾ? ਕਿਉਂਕਿ ਗੁਰਮੁਖੋ ਤਰੀਕਾ ਨਹੀਂ ਹੈ। ਤਰੀਕੇ ਦੇ ਨਾਲ ਕੋਈ ਵੀ ਕੰਮ, ਜਿੰਨਾ ਚਿਰ ਉਸ ਕੰਮ ਕਰਨ ਦਾ ਤਰੀਕਾ ਨਹੀਂ ਸਾਨੂੰ ਮਿਲਦਾ, ਆਪਾਂ ਜਿਹੜਾ ਹੈ ਉਹ ਕੰਮ ਨੂੰ ਸਹੀ ਢੰਗ ਨਾਲ ਨਹੀਂ ਕਰ ਸਕਦੇ।
ਜੇ ਆਪਾਂ ਸਹੀ ਢੰਗ ਨਾਲ ਨਹੀਂ ਕਰਾਂਗੇ ਤੇ ਫਿਰ ਗੁਰਬਾਣੀ ਗੁਰੂ ਸਾਨੂੰ ਦੂਸਰਾ ਪੱਖ ਵੀ ਦਿਖਾਉਂਦੇ ਨੇ। ਉਹ ਕਿਹੜਾ ਪੱਖ ਹੈ? ਉਹ ਮਹਾਰਾਜ ਕਹਿੰਦੇ ਕਿ ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਕਹਿਣ ਨੂੰ ਤੇ ਮਹਾਰਾਜ ਕਹਿੰਦੇ ਸਾਰੀ ਦੁਨੀਆ ਕਹੀ ਜਾ ਰਹੀ ਹੈ, ਲੇਕਿਨ ਰਾਮ ਨੂੰ ਪਾਇਆ ਨਹੀਂ ਜਾ ਸਕਿਆ ਅਜੇ ਤੱਕ। ਕਿਉਂ ਨਹੀਂ ਪਾਇਆ ਜਾ ਸਕਿਆ? ਕਿਉਂਕਿ ਗੁਰਮੁਖੋ ਸਾਰੇ ਹੀ ਜੀਵ ਰਾਮ ਰਾਮ, ਅੱਲਾ ਅੱਲਾ, ਵਾਹਿਗੁਰੂ ਵਾਹਿਗੁਰੂ ਕਰਦੇ ਤੇ ਹੈ, ਲੇਕਿਨ ਉੱਪਰੋਂ ਉੱਪਰੋਂ ਕਰਦੇ ਨੇ। ਯਾਨੀ ਕਿ ਉਸ ਵਾਹਿਗੁਰੂ ਦਾ ਨਾਮ ਜਿਹੜਾ ਹੈ ਆਪਣੇ ਹਿਰਦੇ ਦੇ ਅੰਦਰ ਨਹੀਂ ਉਤਾਰਦੇ। ਤੇ ਗੁਰਮੁਖੋ ਜਿਵੇਂ ਆਪਾਂ ਉਦਾਹਰਨ ਦੇ ਤੌਰ 'ਤੇ ਦੇਖ ਲਈਏ, ਜਿਵੇਂ ਸਾਡੇ ਹੱਥ ਦੇ ਵਿੱਚ ਕੋਈ ਰੋਟੀ ਵਾਲੀ ਥਾਲੀ ਹੋਵੇ ਤੇ ਜਿੰਨਾ ਚਿਰ ਅਸੀਂ ਉਹ ਰੋਟੀ ਦੀ ਬੁਰਕੀ ਤੋੜ ਕੇ ਆਪਣੇ ਅੰਦਰ ਨਹੀਂ ਕਰਦੇ ਤੇ ਉਹਨਾਂ ਚਿਰ ਸਾਡੀ ਪਿਆਸ ਜਿਹੜੀ, ਭੁੱਖ ਜਿਹੜੀ, ਉਹ ਬੁਝਣੀ ਨਹੀਂ। ਇਸੇ ਤਰੀਕੇ ਦੇ ਨਾਲ ਅਸੀਂ ਸਾਰੀ ਦਿਹਾੜੀ 'ਚ ਅਗਰ ਰੋਟੀ ਦੀ ਬੁਰਕੀ ਆਪਣੇ ਮੁੱਖ ਦੇ ਵਿੱਚ ਰੱਖੀਏ ਤੇ ਗੁਰਮੁਖੋ ਉਸ ਰੋਟੀ ਦੀ ਬੁਰਕੀ ਮੁੱਖ ਦੇ ਵਿੱਚ ਰੱਖਣ ਦੇ ਨਾਲ ਸਾਨੂੰ ਭੁੱਖ ਜਿਹੜੀ ਹੈ ਉਹ ਮਿਟ ਨਹੀਂ ਸਕਦੀ, ਸਾਡੀ ਭੁੱਖ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਤੁਸੀਂ ਗੁਰਮੰਤਰ ਨੂੰ ਜਪਣ ਦਾ ਜਿਹੜਾ ਤਰੀਕਾ ਹੈ ਉਹ ਵੀ ਆਪਾਂ ਗੁਰਬਾਣੀ ਦੇ ਵਿੱਚੋਂ ਹੀ ਦੇਖਾਂਗੇ ਕਿ ਕਿਵੇਂ ਮਹਾਰਾਜ ਕਹਿੰਦੇ ਨੇ ਕਿ ਤੁਸੀਂ ਜਪਣਾ ਹੈ। ਮਹਾਰਾਜ ਕਹਿੰਦੇ ਕਿ ਗਾਵੀਐ ਸੁਣੀਐ ਮਨ ਰਖੀਐ ਭਾਉ, ਵੀ ਜੇ ਤੁਸੀਂ ਗਾ ਰਹੇ ਹੋ ਉਸ ਨੂੰ ਆਪਣੇ ਮਨ ਨਾਲ ਸੁਣਨਾ ਕਰੋ। ਤੇ ਗੁਰਮੁਖੋ ਜਦੋਂ ਆਪਾਂ ਉਸ ਨੂੰ ਸੁਣਾਂਗੇ ਤੇ ਫਿਰ ਆਪਣੇ ਮਨ ਤੱਕ ਇਹ ਵਿਚਾਰ ਪਹੁੰਚੇਗੀ, ਫਿਰ ਸਾਡਾ ਮਨ ਜਿਹੜਾ ਹੈ ਉਹ ਜਾਗਣਾ ਸ਼ੁਰੂ ਹੋਏਗਾ। ਤੇ ਫਿਰ ਜਾਗਿਆ ਹੋਇਆ ਮਨ ਜਿਹੜਾ ਹੈ ਗੁਰਮੁਖੋ, ਫਿਰ ਉਸ ਨੂੰ ਹਰ ਇੱਕ ਚੀਜ਼ ਦਾ ਪਤਾ ਚੱਲੇਗਾ ਕਿ ਮੇਰੇ ਵਾਸਤੇ ਕਿਹੜੀ ਚੀਜ਼ ਫਾਇਦੇਮੰਦ ਹੈ, ਕਿਹੜੀ ਚੀਜ਼ ਮੇਰੇ ਲਈ ਨੁਕਸਾਨਦਾਇਕ ਹੈ। ਜਦੋਂ ਇੱਕ ਇਨਸਾਨ ਸੁੱਤਾ ਹੋਇਆ ਹੈ, ਉਸ ਦੇ ਲਾਗੇ ਜੋ ਮਰਜ਼ੀ ਕਰਦੇ ਰਹੋ, ਉਸ ਨੂੰ ਪਤਾ ਨਹੀਂ ਚੱਲੇਗਾ ਕਿ ਮੇਰੇ ਲਾਗੇ ਕੀ ਹੋ ਰਿਹਾ ਹੈ। ਤੇ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਤੁਹਾਡਾ ਮਨ ਸੁੱਤਾ ਹੋਇਆ ਹੈ, ਸੁੱਤੇ ਹੋਏ ਹੋਣ ਕਾਰਨ ਇਸ ਨੂੰ ਕੋਈ ਪਤਾ ਨਹੀਂ ਚੱਲ ਰਿਹਾ ਕਿ ਤੁਸੀਂ ਸਿਮਰਨ ਕਰ ਰਹੇ ਹੋ ਜਾਂ ਪਾਠ ਕਰ ਰਹੇ ਹੋ। ਉਹ ਆਪਣੇ ਹੀ ਖਿਆਲਾਂ ਦੇ ਵਿੱਚ, ਆਪਣੇ ਹੀ ਸੁਪਨਿਆਂ ਦੇ ਵਿੱਚ ਮਨ ਤੁਹਾਡਾ ਬਾਹਰ ਫਿਰਦਾ ਰਹਿੰਦਾ ਹੈ। ਜੇ ਮਨ ਨੂੰ ਤੁਸੀਂ ਜਗਾ ਕੇ ਸਿਮਰਨ ਕਰੋ, ਮਨ ਨੂੰ ਜਗਾ ਕੇ ਤੁਸੀਂ ਪਾਠ ਕਰੋ ਤੇ ਗੁਰਮੁਖੋ ਜ਼ਰੂਰ ਮਾਲਕ ਤੱਕ ਆਪਾਂ ਪਹੁੰਚਾਂਗੇ ਇੱਕ ਨਾ ਇੱਕ ਦਿਨ। ਬਸ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਮਨ ਸਾਡਾ ਹੈ ਉਹ ਗੁਰਮੁਖੋ ਆਪਾਂ ਨੇ ਜਗਾ ਕੇ ਮਨ ਨੂੰ ਜਿਹੜਾ ਹੈ, ਜੋ ਵੀ ਆਪਾਂ ਅਭਿਆਸ ਕਰਨਾ ਹੈ, ਸਿਮਰਨ ਕਰਨਾ ਹੈ, ਉਸ ਦੇ ਪ੍ਰਤੀ ਆਪਾਂ ਨੇ ਆਪਣੇ ਮਨ ਨੂੰ ਜਾਗਰਿਤ ਰੱਖਣਾ ਹੈ। ਜੇ ਆਪਣਾ ਮਨ ਜਾਗਦਾ ਹੈ ਤੇ ਗੁਰਮੁਖੋ ਸਾਡਾ ਕੀਤਾ ਹੋਇਆ ਕਰਮ ਜਿਹੜਾ ਹੈ ਵਿਅਰਥ ਨਹੀਂ ਜਾਏਗਾ। ਉਹ ਆਪਣਾ ਕੀਤਾ ਹੋਇਆ ਕਰਮ ਜਿਹੜਾ ਹੈ ਸਫਲ ਹੋਏਗਾ, ਕਿਉਂਕਿ ਜੋ ਵਿਧੀ ਸਾਨੂੰ ਮਾਲਕ ਨੇ ਦੱਸੀ ਹੈ, ਗੁਰਬਾਣੀ ਗੁਰੂ ਨੇ ਦੱਸੀ ਹੈ, ਅਗਰ ਅਸੀਂ ਉਸ ਵਿਧੀ ਦੇ ਨਾਲ, ਉਸ ਤਰੀਕੇ ਦੇ ਨਾਲ ਆਪਾਂ ਪਾਠ ਸਿਮਰਨ ਭਜਨ ਕਰਦੇ ਹਾਂ ਤੇ ਗੁਰਮੁਖੋ ਜ਼ਰੂਰ ਇੱਕ ਨਾ ਇੱਕ ਦਿਨ ਜਿਹੜਾ ਹੈ ਉਹ ਸਾਨੂੰ ਫਾਇਦਾ ਹੋਏਗਾ ਉਸ ਚੀਜ਼ ਦਾ, ਉਸ ਦੀ ਪ੍ਰਾਪਤੀ ਵੀ ਹੋਏਗੀ ਮਾਲਕ ਦੀ, ਜੇ ਆਪਾਂ ਆਪਣੇ ਮਨ ਦੇ ਪ੍ਰਤੀ ਸੁਚੇਤ ਰਹਾਂਗੇ। ਕਿਉਂਕਿ ਮਨ ਸਾਡਾ ਜਿਹੜਾ ਹੈ ਗੁਰਮੁਖੋ, ਇੱਥੇ ਆਪਾਂ ਇੱਕ ਗੱਲ ਹੋਰ ਕਲੀਅਰ ਕਰਨਾ ਚਾਹੁੰਦੇ ਹਾਂ ਕਿ ਜਦੋਂ ਵੀ ਅਸੀਂ ਪਰਮਾਤਮਾ ਨੂੰ ਮਿਲਾਂਗੇ ਜਾਂ ਪਰਮਾਤਮਾ ਦੇ ਆਪਾਂ ਦਰਸ਼ਨ ਕਰਾਂਗੇ, ਆਪਣਾ ਸਰੀਰ ਜਿਹੜਾ ਹੈ ਉਹ ਦਰਸ਼ਨ ਨਹੀਂ ਕਰੇਗਾ, ਆਪਣਾ ਮਨ ਦਰਸ਼ਨ ਕਰੇਗਾ। ਆਪਣੇ ਮਨ ਦਾ ਮਿਲਾਪ ਉਸ ਪਰਮਾਤਮਾ ਦੇ ਨਾਲ ਹੋਏਗਾ, ਕਿਉਂਕਿ ਜਿਹੜਾ ਸਾਡਾ ਮਨ ਹੈ ਉਸ ਨੇ ਹੀ ਮਾਲਕ ਨੂੰ ਮਿਲਣਾ ਹੈ, ਉਹੀ ਮਾਲਕ ਤੋਂ ਵਿਛੜਿਆ ਹੋਇਆ ਹੈ। ਤੇ ਇਹ ਤੇ ਗੁਰਮੁਖੋ ਜਿਵੇਂ ਸਾਡਾ ਮਨ ਹੈ ਉਸ ਨੂੰ ਇਹ ਸਰੀਰ ਰੂਪੀ ਕੱਪੜਾ ਮਿਲਿਆ ਹੈ ਤੇ ਉਹ ਆਪੇ ਮਹਾਰਾਜ ਗੁਰਬਾਣੀ ਦੇ ਵਿੱਚ ਵੀ ਕਹਿੰਦੇ ਨੇ ਕਿ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਵੀ ਕਰਮਾਂ ਦੇ ਮੁਤਾਬਕ ਸਾਨੂੰ ਜਿਹੜਾ ਹੈ ਇਹ ਸਰੀਰ ਰੂਪੀ ਕੱਪੜਾ ਮਿਲਦਾ ਹੈ। ਤੇ ਇਸ ਵਾਰੀ ਜਿਹੜਾ ਕੱਪੜਾ ਸਾਨੂੰ ਮਿਲਿਆ ਹੈ ਤੇ ਉਹ ਗੁਰਮੁਖੋ ਮੋਖ ਦਾ ਦੁਆਰ ਮਿਲਿਆ ਹੈ, ਜਾਣੀ ਕਿ ਆਪਾਂ ਮੁਕਤ ਹੋ ਸਕਦੇ ਹਾਂ ਇਸ ਸਰੀਰ ਰੂਪੀ ਕੱਪੜੇ ਦੇ ਮੁਤਾਬਕ, ਜੇ ਆਪਾਂ ਉਸ ਪਰਮਾਤਮਾ ਨੂੰ ਯਾਦ ਕਰਦੇ ਹਾਂ, ਉਸ ਪਰਮਾਤਮਾ ਦਾ ਭਜਨ ਸਿਮਰਨ ਕਰਦੇ ਹਾਂ
ਫਿਰ ਗੁਰਮੁਖੋ ਆਪਾਂ ਜਿਹੜੇ ਹੈ ਇਸ ਭਵ ਸਾਗਰ ਤੋਂ ਆਪਾਂ ਪਾਰ ਹੋ ਸਕਦੇ ਹਾਂ, ਜੇ ਆਪਾਂ ਇਸ ਮਨ ਨੂੰ ਜਗਾ ਕੇ ਆਪਾਂ ਸਿਮਰਨ ਕਰੀਏ। ਤੇ ਗੁਰਮੁਖੋ ਸਾਰੇ ਹੀ ਜੀਵ ਆਪਾਂ ਉਸ ਪਰਮਾਤਮਾ ਨੂੰ ਮਿਲਣ ਵਾਸਤੇ ਆਪਾਂ ਨੇ ਜਿਹੜਾ ਹੈ ਗੁਰਮੁਖੋ ਸਿਮਰਨ ਅਭਿਆਸ ਕਰਨਾ ਹੈ, ਤਾਂ ਜੋ ਸਾਡੀ ਮਾਲਕ ਦੇ ਨਾਲ ਵਿਛੜਿਆਂ ਹੋਇਆਂ ਦੀ ਯਾਦ ਬਣ ਸਕੇ।